ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਮੈਂ ਬਲਜਿੰਦਰ ਕੌਰ ਵੋਕੇਸ਼ਨਲ ਟੀਚਰ। ਅੱਜ ਆਪਾਂ ਗੱਲ ਕਰ ਰਹੇ ਹਾਂ ਫਿਜ਼ੀਕਲ ਟੂਰਿਜ਼ਮ ਰਿਸੋਰਸਿਸ ਮਾਊਂਟੇਨਸ ਐਂਡ ਵੈਲੀਜ਼ ਦੇ ਬਾਰੇ। ਅੱਜ ਆਪਾਂ ਸਾਰਾ ਪੜ੍ਹਾਂਗੇ ਕਿ ਇੰਡੀਆ ਦੇ ਵਿੱਚ ਕਿਹੜੇ ਫਿਜ਼ੀਕਲ ਟੂਰਿਜ਼ਮ ਰਿਸੋਰਸਿਸ ਨੇ। ਇਸ ਦੇ ਵਿੱਚ ਆਪਾਂ ਪੜ੍ਹਾਂਗੇ ਇੰਡੀਅਨ ਹਿਮਾਲਿਆਸ ਦੇ ਬਾਰੇ, ਦੈਨ ਉਸ ਤੋਂ ਬਾਅਦ ਦੇ ਵਿੱਚ ਅਰਾਵਲੀ ਮਾਊਂਟੇਨ, ਰੇਂਜਿਸ ਐਂਡ ਟੂਰਿਜ਼ਮ, ਵੈਸਟਰਨ ਘਾਟਸ, ਮਾਲਾਬਾਰ ਐਂਡ ਈਸਟਰਨ ਘਾਟਸ। ਇਹਨਾਂ ਬਾਰੇ ਅੱਜ ਅਸੀਂ ਬਰੀਫ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਕਿ ਹਿਮਾਲਿਆਸ ਹੁੰਦਾ ਕੀ ਆ। ਦ ਇੰਡੀਅਨ ਹਿਮਾਲਯਨ ਰੀਜਨ ਇਜ਼ ਦ ਸੈਕਸ਼ਨ ਆਫ ਦ ਹਿਮਾਲਯਨ ਵਿਦਇਨ ਇੰਡੀਆ। ਇਹ ਇੰਡੀਆ ਦੇ ਵਿੱਚ ਇੱਕ ਸੈਕਸ਼ਨ ਆ ਜਿਹਨੂੰ ਹਿਮਾਲਿਆਸ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਸਪੈਨਿੰਗ 11 ਇੰਡੀਅਨ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼, ਜਿਹਦੇ ਵਿੱਚ ਕਿ ਇੰਡੀਆ ਦੀਆਂ 11 ਸਟੇਟਸ ਆਉਂਦੀਆਂ ਨੇ ਅਤੇ ਕੁਛ ਕੁ ਯੂਨੀਅਨ ਟੈਰੀਟਰੀਜ਼ ਆਉਂਦੀਆਂ ਨੇ, ਜਿਨ੍ਹਾਂ ਦੇ ਨਾਮ ਨੇ ਜੰਮੂ ਐਂਡ ਕਸ਼ਮੀਰ, ਲੱਦਾਖ ਅਤੇ ਕੁਛ ਕੁ ਸਟੇਟਸ ਆਫ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਿਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਮੇਘਾਲਿਆ, ਅਸਮ ਐਂਡ ਵੈਸਟ ਬੰਗਾਲ। ਇਹ ਸਾਰੀਆਂ ਉਹ ਯੂਟੀਜ਼ ਨੇ ਜੋ ਕਿ ਹਿਮਾਲਯਨ ਰੀਜਨ ਦੇ ਵਿੱਚ ਫਾਲ ਕਰਦੀਆਂ ਨੇ। ਦ ਰੀਜਨ ਇਜ਼ ਰਿਸਪੋਂਸੀਬਲ ਫॉर ਪ੍ਰੋਵਾਈਡਿੰਗ ਵਾਟਰ ਟੂ ਅ ਲਾਰਜ ਪਾਰਟ ਆਫ ਇੰਡੀਅਨ ਕੌਂਟੀਨੈਂਟ। ਇਹ ਜਿਹੜੇ ਰੀਜਨ ਨੇ ਇਹ ਇੰਡੀਆ ਦੇ ਸਬ ਕੌਂਟੀਨੈਂਟਸ ਨੂੰ ਇੱਕ ਵੱਡਾ ਭੰਡਾਰ ਆ ਜਿਹੜਾ ਪਾਣੀ ਦਾ ਉਹ ਵੀ ਪਹੁੰਚਾਉਂਦੀਆਂ ਨੇ। ਐਂਡ ਕੰਟੇਨਸ ਵੇਰੀਅਸ ਫਲੋਰਾ ਐਂਡ ਫਾਨਾ। ਅਤੇ ਇੱਥੇ ਬਹੁਤ ਪਲਾਂਟਸ ਅਤੇ ਐਨੀਮਲਸ ਫਾਲ ਕਰਦੇ ਨੇ ਇਸ ਰੀਜਨ ਦੇ ਵਿੱਚ, ਹਿਮਾਲਯਨ ਰੀਜਨ ਦੇ ਵਿੱਚ। ਸੋ ਸਮਝ ਕੇ ਹੋਵੋਗੇ ਤੁਸੀਂ ਕਿ ਜਿਹੜਾ ਹਿਮਾਲਿਆਸ ਆ ਉਹ 11 ਸਟੇਟਸ ਅਤੇ ਕੁਛ ਯੂਨੀਅਨ ਟੈਰੀਟਰੀਜ਼ ਦੇ ਅੰਡਰ ਆਉਂਦਾ। ਅਤੇ ਉਹ ਅਸੀਂ ਪੜ੍ਹ ਚੁੱਕੇ ਹਾਂ ਕਿਹੜੀਆਂ ਯੂਨੀਅਨ ਟੈਰੀਟਰੀਜ਼ ਸਟੇਟਸ ਨੇ। ਪਲੱਸ ਇਹ ਇੱਕ ਵੱਡਾ ਪਾਣੀ ਦਾ ਸੋਮਾ ਵੀ ਆ ਇੰਡੀਆ ਦੇ ਲਈ, ਅਤੇ ਇੱਥੇ ਪਲਾਂਟਸ ਐਂਡ ਐਨੀਮਲਸ ਵੀ ਨੇ ਜੋ ਕਿ ਇਕੁਏਟਿਕ ਪਲਾਂਟਸ ਐਂਡ ਐਨੀਮਲਸ ਨੇ, ਉਹ ਵੀ ਇੱਥੇ ਨੇ। ਹੁਣ ਅਸੀਂ ਪੜ੍ਹਾਂਗੇ ਟਰਾਂਸ ਹਿਮਾਲਿਆਸ ਕਿਹੜੇ ਹੁੰਦੇ ਨੇ। ਹਿਮਾਲਿਆਸ ਦੇ ਬਾਰੇ ਹੁਣ ਇੱਥੇ ਬਰੀਫ ਦੇ ਵਿੱਚ ਆਪਾਂ ਪੜ੍ਹਾਂਗੇ। ਟਰਾਂਸ ਹਿਮਾਲਿਆਸ ਇਜ਼ ਕ੍ਰੀਏਟਡ ਡਿਊ ਟੂ ਦੀ ਕੋਲੀਜਨ ਵਿਦ ਦ ਰੇਸ਼ੀਅਨ ਪਲੇਟ। ਇਹ ਕਿਵੇਂ ਬਣੀ ਸੀ, ਕਿਵੇਂ ਹਿਮਾਲਿਆ ਪਰਬਤ ਆ ਜਿਹੜਾ ਉਹ ਬਣਿਆ ਸੀ। ਯੂਰੇਸ਼ੀਅਨ ਪਲੇਟਸ ਸੀਗੀਆਂ ਜਿਹੜੀਆਂ ਉਹਨਾਂ ਦਾ ਆਪਸ ਦੇ ਵਿੱਚ ਟਕਰਾਉਣ ਦੇ ਨਾਲ ਇਹ ਜਿਹੜੇ ਪਹਾੜ ਸੀ ਇਹ ਬਣੇ ਸੀ। ਦਿਸ ਜ਼ੋਨ ਇਜ਼ ਦ ਨਾਰਥ ਮੋਸਟ ਏਰੀਆ ਇਨ ਦ ਕੰਟਰੀ ਇਨ ਦ ਸਟੇਟਸ ਆਫ ਜੰਮੂ ਐਂਡ ਕਸ਼ਮੀਰ ਐਂਡ ਹਿਮਾਚਲ ਪ੍ਰਦੇਸ਼। ਜਿਹੜੀ ਇਹ ਜ਼ੋਨ ਆ ਇਹ ਮੋਸਟਲੀ ਕਿਹੜਾ ਪਾਰਟ ਕਵਰ ਕਰਦੀ ਆ, ਨਾਰਥ ਮੋਸਟ ਏਰੀਆ ਜਿਹੜਾ ਉਹ ਕਵਰ ਕਰਦੀ ਆ, ਜਿਹਦੇ ਵਿੱਚ ਕਿਹੜੀਆਂ ਸਟੇਟਸ ਆਉਂਦੀਆਂ ਨੇ, ਜੰਮੂ ਐਂਡ ਕਸ਼ਮੀਰ ਆਉਂਦੀ ਆ ਅਤੇ ਹਿਮਾਚਲ ਪ੍ਰਦੇਸ਼। ਇਟ ਇਜ਼ ਐਨ ਐਕਸਟੈਂਸ਼ਨ ਆਫ ਤਿਬੇਟੀਅਨ ਪਲੈਟਿਊ ਅਰਾਊਂਡ ਦ ਹਿਮਾਲਿਆਸ। ਅੱਗੇ ਇਹ ਕਿੱਥੇ ਤੱਕ ਵੱਧ ਕੇ ਜਾਂਦਾ, ਤਿਬੇਟੀਅਨ ਪਲੈਟਿਊ ਤੱਕ ਚਲਾ ਜਾਂਦਾ। ਦ ਮੇਨ ਹਿਮਾਲਯਨ ਰੇਂਜਿਸ ਆਰ ਐਸ ਫਾਲੋਜ਼। ਕਿਹੜੀਆਂ ਹੋਰ ਮੇਨ ਜਿਹੜੀ ਹਿਮਾਲਯਨ ਰੇਂਜਿਸ ਨੇ ਉਹ ਕਿਹੜੀਆਂ ਨੇ। ਫਰਸਟ ਹੈਗੀ ਪੀਰ ਪੰਜਾਲ ਰੇਂਜ, ਲੱਦਾਖ ਰੇਂਜ, ਈਸਟ ਕਾਰਾਕੋਰਮ ਰੇਂਜ, ਮਹਾਭਰਗਤਾ ਰੇਂਜ, ਜਿਹੜੀ ਕਿ ਨੇਪਾਲ ਦੇ ਮਿਡਲ ਹਿਮਾਲਿਆਸ ਨੂੰ ਕਿਹਾ ਜਾਂਦਾ। ਹੁਣ ਨੈਕਸਟ ਅਸੀਂ ਪੜ੍ਹਾਂਗੇ ਪੀਰ ਪੰਜਾਲ ਰੇਂਜ, ਜਿਹੜੀ ਕਿ ਟਰਾਂਸ ਹਿਮਾਲਿਆ ਦੇ ਵਿੱਚ ਆਉਂਦੀ ਆ। To the southmost of the main Himalayas lies the Pir Panjal range at an average height of 5,000 meters from Gulmarg. In the northwest, it follows southern rim of Kashmir Valley to the Banihal Pass. ਇਹ ਬੱਚੇ ਇੱਥੇ ਇਹਨਾਂ ਨੇ ਸਾਨੂੰ ਦੱਸਿਆ ਹੋਇਆ ਕਿ ਜਿਹੜੀ ਪੀਰ ਪੰਜਾਲ ਰੇਂਜ ਆ ਇਹ ਕਿੱਥੋਂ ਸ਼ੁਰੂ ਹੁੰਦੀ ਹੈ, ਕਿੱਥੇ ਤੱਕ ਖ਼ਤਮ ਹੁੰਦੀ ਆ, ਅਤੇ ਇਹਦੀ ਹਾਈਟ ਹੈਗੀ ਆ 5000 ਮੀਟਰਸ। ਇਹ ਗੁਲਮਰਗ ਤੋਂ ਸਟਾਰਟ ਹੁੰਦੀ ਆ, ਫਿਰ ਇਹ ਸਾਊਦਰਨ ਕਸ਼ਮੀਰ ਵੈਲੀ ਤੱਕ ਜਾਂਦੀ ਆ, ਉੱਥੋਂ ਇਹ ਬਨੀਹਾਲ ਪਾਸ ਤੱਕ ਜਾਂਦੀ ਆ। ਹੇਅਰ ਦ ਪੀਰ ਪੰਜਾਲ ਮੀਟਸ ਦ ਰਿਜ ਲਾਈਨ ਦੈਟ ਸਪਰੇਟਸ ਦ ਕਸ਼ਮੀਰ ਵੈਲੀ ਫਰੋਮ ਦ ਵਾਰਵਨ ਵੈਲੀ। ਇੱਥੇ ਜਿਹੜੀ ਪੀਰ ਪੰਜਾਲ ਜਿਹੜੀ ਦੀ ਰਿਜ ਲਾਈਨ ਆ ਉਹ ਕਸ਼ਮੀਰ ਵੈਲੀ ਨੂੰ ਅਤੇ ਵਾਰਵਨ ਵੈਲੀ ਨੂੰ ਆਪਸ 'ਚ ਅਲੱਗ ਕਰਦੀ ਆ। ਦ ਮੇਜਰ ਪਾਸਿਸ ਹੇਅਰ ਇਨ ਪੀਰ ਪੰਜਾਲ ਆਰ ਦ ਪੀਰ ਪੰਜਾਲ ਪਾਸ। ਇੱਥੇ ਮੇਨ ਪਾਸਿਸ ਕਿਹੜੇ ਨੇ। ਪੀਰ ਪੰਜਾਲ ਪਾਸ ਆ,
ਕਾਹਦੇ ਲਈ ਬਣਾਇਆ ਹੋਇਆ ਇਹ ਵੈਸਟ ਆਫ ਸ੍ਰੀਨਗਰ ਦੇ ਲਈ ਬਣਾਇਆ ਹੋਇਆ ਐਂਡ ਬਨੀਹਾਲ ਪਾਸ ਆ ਵਿਚ ਲਾਈਜ਼ ਐਟ ਦ ਟੋਪ ਆਫ ਜਿਹਲਮ ਰਿਵਰ ਜਿਹੜਾ ਕਿ ਜਿਹਲਮ ਰਿਵਰ ਦੇ ਟੋਪ 'ਤੇ ਆ ਐਟ ਦੀ ਸਾਊਥਰਨ ਐਂਡ ਆਫ ਦ ਕਸ਼ਮੀਰ ਵੈਲੀ। ਅਤੇ ਕਿੱਥੇ ਜਾ ਕੇ ਐਂਡ ਹੁੰਦਾ ਕਿੱਥੇ ਜਾ ਕੇ ਅੱਗੇ ਪਹੁੰਚਦਾ ਇਹ ਸਾਊਥਰਨ ਐਂਡ ਜਿਹੜਾ ਇਹਦਾ ਹੈਗਾ ਉਹ ਕਸ਼ਮੀਰ ਵੈਲੀ 'ਤੇ ਐਂਡ ਸਾਇਦਨ ਪਾਸ ਜਿਹੜਾ ਸਾਇਦਨ ਪਾਸ ਆ ਉਹ ਕਿਹਨੂੰ ਲਿੰਕ ਕਰਦਾ ਕਸ਼ਮੀਰ ਵਿੱਚ ਕਿਸ਼ਤਵਰ ਐਂਡ ਸਲੋਨੀ ਨੂੰ ਆਪਸ 'ਚ ਲਿੰਕ ਕਰਦਾ। ਹਿਮਾਲਿਆਜ਼ ਬਾਰੇ ਹੋਰ ਅਸੀਂ ਪੜ੍ਹਦੇ ਹਾਂ। ਅਕੋਰਡਿੰਗ ਟੂ ਯੂਨੈਸਕੋ ਦ ਵਰਲਡ ਵੈਸਟਰਨ ਘਾਟਸ ਆਰ ਓਲਡਰ ਦੈਨ ਦ ਹਿਮਾਲਿਆਜ਼। ਜਿਹੜੀਆਂ ਵੈਸਟਰਨ ਘਾਟਸ ਨੇਗੀਆਂ ਉਹ ਹਿਮਾਲਿਆਜ਼ ਤੋਂ ਪੁਰਾਣੀਆਂ ਨੇ। ਦੇ ਇਨਫਲੂਐਂਸ ਇੰਡੀਅਨ ਮੌਨਸੂਨ ਵੈਦਰ ਪੈਟਰਨ ਬਾਈ anticipating the rain-laden monsoon winds that sweep in from the southwest during the late summer। ਇਹ ਕਾਹਦੇ ਵਿੱਚ ਹੈਲਪ ਕਰਦੀਆਂ ਨੇ ਮੌਨਸੂਨ ਲੈ ਕੇ ਆਉਣ ਦੇ ਵਿੱਚ ਹੈਲਪ ਕਰਦੀਆਂ ਨੇ ਹਿਮਾਲਿਆਜ਼ ਨੇ ਜਿਹੜੇ। The range runs north to south along the western edge of the Deccan Plateau। ਇਹ ਜਿਹੜੀ ਰੇਂਜ ਹੈ ਕਿੱਥੋਂ ਤੋਂ ਕਿੱਥੇ ਤੱਕ ਹੈ ਇਹ ਨਾਰਥ ਟੂ ਸਾਊਥ ਤੱਕ ਆ ਕਿੱਥੇ ਐਟ ਐਜ ਆਫ ਡੱਕਨ ਪਲੈਟਿਊ ਐਂਡ ਸੈਪਰੇਟਸ ਦ ਪਲੈਟਿਊ ਫਰੋਮ ਅ ਨੈਰੋ ਕੋਸਟਲ ਪਲੇਨ ਕਾਲਡ ਕੌਨਕਨ। ਅਤੇ ਇਹ ਪਲੈਟਿਊ ਨੂੰ ਸੈਪਰੇਟ ਕਰਦੀ ਹੈਗੀ ਕਿਹਦੇ ਤੋਂ ਕੋਸਟਲ ਪਲੇਨ ਤੋਂ ਜਿਹਦਾ ਨਾਮ ਆ ਕੌਨਕਨ ਅਲੋਂਗ ਦਾ ਅਰੇਬੀਅਨ ਸੀ। ਕਿਹਦੇ ਨਾਲ ਅਰੇਬੀਅਨ ਸੀ ਦੇ ਨਾਲ a total of 39 areas in the western ghats including national parks, wildlife sanctuaries and reserve forests were designated as World Heritage Sites in 2012। ਇਹਦੇ ਵਿੱਚ ਜਿਹੜੇ ਵੀ ਕੈਟਾਗਰੀਜ਼ ਆਉਂਦੀਆਂ ਨੇ ਲਾਈਕ ਵੈਸਟਰਨ ਘਾਟਸ ਨੈਸ਼ਨਲ ਪਾਰਕ ਵਾਈਲਡ ਲਾਈਫ ਸੈਂਚੁਰੀਜ਼ ਹੋਰ ਜਿਹੜੇ ਪਾਰਕ ਫੋਰੈਸਟਸ ਨੇ ਉਹ ਰਿਜ਼ਰਵ ਕੀਤੇ ਹੋਏ ਨੇ। ਵਰਲਡ ਹੈਰੀਟੇਜ ਸਾਈਟਸ ਦੇ ਵਿੱਚ ਵੀ ਉਹਨਾਂ ਨੂੰ ਲਿਆ ਗਿਆ ਸੀ 2012 ਦੇ ਵਿੱਚ। 20 ਇਨ ਕੇਰਲਾ ਜਿਹਦੇ ਵਿੱਚੋਂ 20 ਨੇ ਜਿਹੜੇ ਉਹ ਕੇਰਲਾ ਦੇ ਵਿੱਚ ਨੇ, 10 ਇਨ ਕਰਨਾਟਕਾ, 6 ਇਨ ਤਾਮਿਲਨਾਡੂ ਐਂਡ 4 ਇਨ ਮਹਾਰਾਸ਼ਟਰਾ। ਹੁਣ ਅਸੀਂ ਪੜ੍ਹਾਂਗੇ ਝਾਂਸਕਰ ਰੇਂਜ। ਝਾਂਸਕਰ ਰੇਂਜ ਲਾਈਜ਼ ਟੂ ਦੀ ਨਾਰਥ ਆਫ ਦਾ ਮੇਨ ਹਿਮਾਲਿਆ। ਇਹ ਕਿੱਥੇ ਨਾਰਥ ਦੇ ਵਿੱਚ ਐਗਜ਼ਿਸਟ ਕਰਦੀ ਹੈ ਇਹ ਹਿਮਾਲਿਆਜ਼ 'ਤੇ। ਇਟ ਐਕਟਸ ਐਜ਼ ਦ ਬੈਕਬੋਨ ਆਫ ਲੱਦਾਖ ਸਾਊਥ ਆਫ ਦਾ ਇੰਡਸ ਵੈਲੀ। ਇਹ ਲੱਦਾਖ ਦੀ ਇਹਨੂੰ ਅਸੀਂ ਬੈਕਬੋਨ ਵੀ ਕਹਿ ਦਿੰਦੇ ਹਾਂ ਅਤੇ ਇੰਡਸ ਰਿਵਰ ਤੱਕ ਐਕਸਟੈਂਡ ਕਰਦੀ ਆ ਫਰੋਮ ਦੀ ਰਿਜਿਸ ਬਿਯੋਂਡ ਲੈਮਰਨ ਇਨ ਦ ਵੈਸਟ ਅਕਰੋਸ ਦ ਝਾਂਸਕਰ ਰੀਜਨ। ਕਿੱਥੋਂ ਅੱਗੇ ਹੋਰ ਕਿੱਥੇ ਤੱਕ ਲੈ ਕੇ ਜਾਂਦੀ ਹੈ ਇਹਨੂੰ ਵੈਸਟ ਤੱਕ ਲੈ ਕੇ ਜਾਂਦੀ ਆ। ਦੇਅਰ ਇਟ ਇਜ਼ ਡਿਵਾਈਡਡ ਫਰੋਮ ਦ ਮੇਨ ਹਿਮਾਲਿਆ ਜਿਹਦੇ ਵਿੱਚ ਕਿ ਇਹ ਡਿਵਾਈਡ ਹੁੰਦੀ ਆ ਉੱਥੋਂ ਮੇਨ ਹਿਮਾਲਿਆਸ ਦੇ ਵਿੱਚ ਬਾਏ ਦ ਸਟੂਟ ਐਂਡ ਟਰਾਸਪ ਵੈਲੀ। ਅਤੇ ਇਹਨਾਂ ਦੋਨੋਂ ਵੈਲੀਜ਼ ਤੋਂ ਦ ਝਾਂਸਕਰ ਵੈਲੀ ਅਤੇ ਝਾਂਸਕਰ ਵੈਲੀ ਤੋਂ। ਔਨ ਦ ਈਸਟ ਆਫ ਦ ਝਾਂਸਕਰ ਰੀਜਨ ਇਹਦੇ ਈਸਟ ਸਾਈਡ 'ਤੇ ਦ ਰੇਂਜ ਕੰਟੀਨਿਊਸ ਜਿਹੜੀ ਇਹਦੀ ਰੇਂਜ ਆ ਉਹ ਅੱਗੇ ਵੱਧਦੀ ਰਹਿੰਦੀ ਆ। ਕਿਹਦੇ ਵਿੱਚੋਂ ਨਿਕਲਦੀ ਆ ਉਹ ਦ ਲਾਹੌਲ ਸਪੀਤੀ ਡਿਸਟ੍ਰਿਕਟ ਐਂਡ ਪੰਜੀ ਆਫ ਦ ਚੰਬਾ। ਜਿਹੜੀ ਝਾਂਸਕਰ ਰੇਂਜ ਆ ਇਹ ਅੱਗੇ ਚੰਬਾ ਤੱਕ ਚਲੀ ਜਾਂਦੀ ਆ। ਵਾਈਲ ਇਨ ਦ ਨਾਰਥ ਇਟ ਕੰਟੀਨਿਊਸ ਅਕਰੋਸ ਦ ਕਿਨੌਰ। ਜੇ ਅਸੀਂ ਨਾਰਥ ਦੀ ਗੱਲ ਕਰੀਏ ਤਾਂ ਇਹ ਕਿੱਥੇ ਤੱਕ ਚਲੀ ਜਾਂਦੀ ਆ ਕਿਨੌਰ ਤੱਕ ਚਲੀ ਜਾਂਦੀ ਆ ਬਿਫੋਰ ਐਕਸਟੈਂਡਿੰਗ ਟੂਵਰਡਸ ਵੈਸਟ ਜਿਹੜੀ ਕਿ ਅੱਗੇ ਐਕਸਟੈਂਡ ਹੁੰਦੀ ਹੈ ਵੈਸਟ ਤੱਕ ਅਕਰੋਸ ਦੀ ਉੱਤਰਾਖੰਡ। ਦੇਖੋ ਬੱਚੇ ਅਸੀਂ ਪਹਿਲਾਂ ਨਾਰਥ ਬਾਰੇ ਪੜ੍ਹ ਲਿਆ ਵੀ ਕਿੱਥੋਂ ਇਹ ਸਟਾਰਟ ਹੁੰਦੀ ਆ, ਠੀਕ ਹੈ। ਫਿਰ ਅਸੀਂ ਵੈਸਟ ਬਾਰੇ ਪੜ੍ਹਿਆ ਕਿੱਥੇ ਤੱਕ ਇਹ ਜਾਂਦੀ ਆ। ਦੈਨ ਉਸ ਤੋਂ ਬਾਅਦ ਅਸੀਂ ਈਸਟ ਦੇ ਵਿੱਚ ਪੜ੍ਹਿਆ ਵੀ ਕਿੱਥੇ ਤੱਕ ਜਾਂਦੀ ਆ, ਲਾਹੌਲ ਸਪੀਤੀ ਤੱਕ ਜਾਂਦੀ ਆ ਅਤੇ ਚੰਬਾ ਤੱਕ ਜਾਂਦੀ ਆ। ਦੈਨ ਉਸ ਤੋਂ ਬਾਅਦ ਇਹ ਨਾਰਥ ਦੇ ਉੱਤਰਾਖੰਡ ਤੱਕ ਚਲੀ ਜਾਂਦੀ ਆ। ਸਮ ਆਫ ਦਾ ਮੇਨ ਪਾਸਿਸ ਆਰ ਦਾ ਫਾਟੂਲਾ ਔਨ ਦਾ ਲੇ ਸ਼੍ਰੀਨਗਰ ਰੋਡ। ਸਮ ਆਫ ਦਾ ਮੇਨ ਪਾਸਿਸ ਆਰ ਦਾ ਫਾਟੂਲਾ ਔਨ ਦਾ ਸ਼੍ਰੀਨਗਰ ਰੋਡ। ਹੋਰ ਕਿਹੜੇ ਪਾਸਿਸ ਨੇ ਮੇਨ ਪਾਸਿਸ? ਇੱਕ ਤਾਂ ਫਾਟੂਲਾ ਜਿਹੜਾ ਕਿ ਲੇ ਸ਼੍ਰੀਨਗਰ ਰੋਡ 'ਤੇ ਆ। ਵਾਈਲ ਦਾ ਮੇਨ ਟਰੈਕਿੰਗ ਪਾਸਿਸ ਇਨਟੂ ਦਾ ਝਾਂਸਕਰ ਵੈਲੀ ਆਰ ਸਿੰਗਲਾ, ਦਾ ਚਾਚਾਲਾ ਐਂਡ ਦਾ ਰੂਪਰੰਗਲਾ। ਇਹ ਜਿਹੜੇ ਟਰੈਕਿੰਗ ਪਾਸਿਸ ਨੇਗੇ ਉਹ ਝਾਂਸਕਰ ਵੈਲੀ ਦੇ ਵਿੱਚ ਉਹ ਇਹ ਨੇਗੇ ਸਾਰੇ। ਨੈਕਸਟ ਹੈ ਲੱਦਾਖ ਰੇਂਜ।
To the north of the Leh lies the Ladakh range, and it is an important part of the Trans-Himalayan range that merges with the Kailash range in the Tibet। ਬੱਚੇ ਜਿਹੜੀ ਇਹ ਲਦਾਖ ਰੇਂਜ ਆ ਇਹ ਨਾਰਥ ਦੇ ਵਿੱਚ ਫਾਲ ਕਰਦੀ ਆ ਐਂਡ ਇਹ ਬਹੁਤ ਇੰਪੋਰਟੈਂਟ ਪਾਰਟ ਆ ਟਰਾਂਸ ਹਿਮਾਲਿਆਸ ਦਾ, ਜਿਹੜੀ ਕਿ ਕਿਹਦੇ ਵਿੱਚ ਜਾ ਕੇ ਮਿਲਦੀ ਆ, ਕੈਲਾਸ਼ ਰੇਂਜ ਦੇ ਵਿੱਚ ਜਾ ਕੇ ਮਿਲਦੀ ਆ, ਜੋ ਕਿ ਤਿੱਬਤ ਦੇ ਵਿੱਚ ਆ। Here the important passes are the famous ਖਾਰੂੰਦੰਗਲਾ ਐਂਡ ਡਿਗਰਲਾ। ਇੱਥੇ ਜਿਹੜੇ ਇੰਪੋਰਟੈਂਟ ਪਾਸਿਸ ਨੇ ਉਹ ਇਹ ਨੇ, ਇੱਕ ਤਾਂ ਖਾਰੂੰਦੰਗਲਾ ਐਂਡ ਡਿਗਰਲਾ ਵਿਚ ਲਾਈਜ਼ ਟੂ ਦੀ ਨਾਰਥ ਈਸਟ ਆਫ ਲੇ, ਜਿਹੜੇ ਕਿ ਕਿੱਥੇ ਲਾਈ ਕਰਦੇ ਨੇ, ਨਾਰਥ ਈਸਟ ਦੇ ਵਿੱਚ ਲਾਈ ਕਰਦੇ ਨੇ, ਲੇ ਦੇ ਵਿੱਚ। ਦ ਕਾਰਾਕੋਰਮ ਇਜ਼ ਅ ਜਾਇੰਟ ਰੇਂਜ। ਇਹਦੇ ਵਿੱਚ ਜ਼ਿਆਦਾ ਜਿਹੜਾ ਲਾਰਜ ਰੇਂਜ ਆ ਉਹ ਹੈਗੀ ਆ ਕਾਰਾਕੋਰਮ, ਵਿਚ ਜਿਓਗ੍ਰਾਫਿਕਲੀ ਡਿਵਾਈਡਸ ਇੰਡੀਆ ਐਂਡ ਸੈਂਟਰਲ ਏਸ਼ੀਆ, ਜਿਹੜਾ ਕਿ ਜਿਓਗ੍ਰਾਫਿਕਲੀ ਇੰਡੀਆ ਨੂੰ ਡਿਵਾਈਡ ਕਰਦਾ ਸੈਂਟਰਲ ਏਸ਼ੀਆ ਦੇ ਨਾਲ। ਦ ਰੇਂਜ ਕੰਸਿਸਟ ਆਫ ਹਾਈ ਮਾਊਂਟੇਨ ਪੀਕਸ। ਇਹ ਰੇਂਜ ਦੇ ਵਿੱਚ ਕਾਫੀ ਉੱਚੀਆਂ ਚੋਟੀਆਂ ਵਾਲੇ ਮਾਊਂਟੇਨਸ ਨੇ, ਲਾਈਕ ਸੈਲਟੋਰੋ ਕਾਂਗਰੀ, ਰੀਮੋ ਐਂਡ ਟੀਰਮ ਕਾਗਰੀ। ਇਹ ਜਿਹੜੇ ਹਿਮਾਲਿਆਸ ਨੇ, ਮਾਊਂਟੇਨਸ ਨੇ, ਉਹਨਾਂ ਦੇ ਨੇਮਸ ਨੇ। The Karakoram Pass acts as the main connector between the markets of Yarkand, Leh and Kashgar। ਇਹ ਜਿਹੜੇ ਕਰਾਕੋਰਮ ਜਿਹੜਾ ਪਾਸ ਹੈ ਉਹ ਕਨੈਕਟ ਕਰਦਾ ਮਾਰਕੀਟਸ ਨੂੰ ਆਪਸ ਦੇ ਵਿੱਚ। ਕਿਹੜੀਆਂ ਮਾਰਕੀਟਸ ਨੂੰ? ਯਾਰਕੰਡ, ਲੇ ਐਂਡ ਕਾਸ਼ਗਰ। ਇਹ ਮਾਰਕੀਟਸ ਨੂੰ ਇਹ ਆਪਸ ਦੇ ਵਿੱਚ ਕਨੈਕਟ ਕਰਦਾ। ਨੈਕਸਟ ਹੈ ਸ਼ਿਵਾਲਿਕ ਹਿਲਸ। ਸ਼ਿਵਾਲਿਕ ਹਿਲਸ ਨੇ ਜਿਹੜੀਆਂ ਇਹ ਪੁਰਾਣੀਆਂ ਹਿਲਸ ਨੇ, ਤੁਸੀਂ ਇਹਨਾਂ ਬਾਰੇ ਪਹਿਲਾਂ ਵੀ ਪੜ੍ਹਿਆ ਹੋਣਾ। ਦ ਸ਼ਿਵਾਲਿਕ ਹਿਲਸ ਲਾਈ ਟੂ ਦੀ ਸਾਊਥ ਆਫ ਦ ਧੌਲਾਧਰ। ਇਹ ਧੌਲਾਧਰ ਦੇ ਸਾਊਥ ਦੇ ਵਿੱਚ ਪੈਂਦੀਆਂ ਨੇ, ਵਿਦ ਐਵਰੇਜ ਹਾਈਟ ਆਫ 1500 to 2000 ਮੀਟਰ, ਜਿਨ੍ਹਾਂ ਦੀ ਹਾਈਟ ਹੈਗੀ ਆ 1500 to 2000 ਮੀਟਰ। ਇਹਨਾਂ ਦੀ ਹਾਈਟ ਆ। ਇਟ ਇਨਕਲੂਡਸ ਦ ਜੰਮੂ ਹਿਲਸ ਐਂਡ ਵੈਸ਼ਨੋ ਦੇਵੀ। ਇਹਦੇ ਵਿੱਚ ਕਿਹੜਾ ਆਉਂਦਾ ਮੇਨ? ਇਸ ਦੇ ਵਿੱਚ ਕੁਛ ਜੰਮੂ ਦੀਆਂ ਹਿਲਸ ਆਉਂਦੀਆਂ ਨੇ ਅਤੇ ਵੈਸ਼ਨੋ ਦੇਵੀ ਦੀਆਂ। ਅਤੇ ਇਹ ਅੱਗੇ ਕਿੱਥੇ ਤੱਕ ਐਕਸਟੈਂਡ ਕਰਦਾ? ਐਂਡ ਐਕਸਟੈਂਡਸ ਟੂ ਕਾਂਗੜਾ ਤੱਕ ਐਕਸਟੈਂਡ ਕਰਦਾ। ਐਂਡ ਫਰਦਰ ਈਸਟ ਟੂ ਦੀ ਰੇਂਜ ਸਾਊਥ ਆਫ ਮੰਡੀ, ਜਿਹੜੀ ਕਿ ਅੱਗੇ ਕਾਂਗੜਾ ਤੱਕ ਜਾ ਕੇ ਫਿਰ ਉਸ ਤੋਂ ਬਾਅਦ ਮੰਡੀ ਦੀ ਸਾਊਥ ਤੱਕ ਚਲੀ ਜਾਂਦੀ ਆ। ਇਨ ਉੱਤਰਾਖੰਡ ਦੇ ਵਿੱਚ ਇਟ ਸਟਰੈਚਿਸ ਫਰੋਮ ਦੇਹਰਾਦੂਨ ਟੂ ਅਲਮੋਰਾ। ਅਤੇ ਜੇਕਰ ਅਸੀਂ ਗੱਲ ਕਰੀਏ ਉੱਤਰਾਖੰਡ ਦੀ, ਤਾਂ ਇਹ ਦੇਹਰਾਦੂਨ ਤੋਂ ਲੈ ਕੇ ਅਲਮੋਰਾ ਤੱਕ ਜਿਹੜਾ ਕਵਰ ਕਰਦੀਆਂ ਨੇ ਏਰੀਆ। ਅਤੇ ਕਵਰਸ ਆਲਮੋਸਟ ਦ ਇੰਟਾਇਰ ਕੁਮਾਊਨ ਐਂਡ ਗੜਵਾਲ ਰੀਜਨ। ਸਾਰਾ ਕੁਮਾਊਨ ਅਤੇ ਗੜਵਾਲ ਰੀਜਨ ਵੀ ਇਹ ਸ਼ਿਵਾਲਿਕ ਹਿਲਸ ਦੇ ਅੰਡਰ ਆਉਂਦਾ। ਐਂਡ ਅਕਰੋਸ ਦ ਸਾਊਥਰਨ ਬਾਰਡਰਸ ਆਫ ਇੰਡੀਆ ਦੇ ਸਾਊਥਰਨ ਬਾਰਡਰਸ ਦੀ ਜੇ ਅਸੀਂ ਗੱਲ ਕਰੀਏ, ਉਹਦੇ ਵਿੱਚ ਉਹ ਵੀ ਸ਼ਿਵਾਲਿਕ ਹਿਲਸ ਦੇ ਵਿੱਚ ਫਾਲ ਕਰਦਾ। ਦ ਹਿਲਸ ਆਰ ਇਨ ਦ ਫੁੱਟ ਹਿਲ ਆਫ ਹਿਮਾਲਿਆਸ। ਇਹ ਹਿਮਾਲਿਆਸ ਦੀਆਂ ਫੁੱਟ ਹਿਲਸ ਨੇ। ਨੈਕਸਟ ਅਸੀਂ ਗੱਲ ਕਰਦੇ ਹਾਂ ਲੌਂਗੀਟਿਊਡ ਐਂਡ ਲੈਟੀਟਿਊਡ। ਇਹਦਾ ਐਲੀਵੇਸ਼ਨ ਕਿੰਨੀਆਂ ਉੱਚੀਆਂ ਨੇ? ਇਹ 8848 ਮੀਟਰਸ। ਐਂਡ ਇਹ ਏਰੀਆ ਕਵਰ ਕਰਦੀਆਂ ਨੇ 595,1000 ਕਿਲੋਮੀਟਰ ਸਕੁਏਅਰ। ਐਂਡ ਹਾਈਐਸਟ ਪੁਆਇੰਟ ਜਿਹੜਾ ਹੈਗਾ ਉਹ ਹੈਗਾ ਮਾਊਂਟ ਐਵਰੈਸਟ। ਹੁਣ ਅਸੀਂ ਆਪਾਂ ਇਹਦੀ ਐਨਾਟਮੀ ਪੜ੍ਹਾਂਗੇ, ਦ ਐਨਾਟਮੀ ਆਫ ਹਿਮਾਲਿਆ। ਇਟ ਇਜ਼ ਦ interesting that geologists sometimes employ biological terms to describe mountains. For example, anatomy for mountains or evolution for the geological history and formation of mountains
ਮਤਲਬ ਕਿਸ ਹਿਸਾਬ ਦੇ ਨਾਲ ਇਹ ਬਣੇ ਨੇ, ਕਿੱਥੋਂ ਬਣੇ ਨੇ, ਕਿਵੇਂ ਇਹਨਾਂ ਦੀ ਇਵੋਲਿਊਸ਼ਨ ਹੋਈ, ਇਹ ਸਾਰਾ ਕੁਛ ਅਸੀਂ ਪੜ੍ਹਾਂਗੇ। ਟੂ ਅੰਡਰਸਟੈਂਡ ਹਾਊ ਦਾ ਹਿਮਾਲਿਆ formed, we need to consider its structure, the types and ages of the rocks and the nature of faults that ਮਤਲਬ ਇਹ ਕਿੱਥੋਂ ਬਣੇ, ਕਿਵੇਂ ਦੀਆਂ ਰੌਕਸ ਬਣੀਆਂ, ਠੀਕ ਹੈ, ਕਿੰਨੇ ਟਾਈਮ ਦੇ ਹੈਗੇ ਨੇਗੇ, ਉਹ ਸਾਰਾ ਐਨੋਟਮੀ ਦੇ ਵਿੱਚ ਆਉਂਦਾ। ਹੁਣ ਹੈ ਹਿਮਾਲਿਆ ਇਵੋਲਿਊਸ਼ਨ। The evolution of the Himalaya. The Himalaya are products of 55 million year of tectonic ਜਿਹੜੇ ਹਿਮਾਲਿਆ ਨੇ ਉਹ 55 ਮਿਲੀਅਨ ਈਅਰਸ ਅਗੋ ਬਣੇ ਸੀ, ਜਿਹੜੇ ਕਿ ਟੈਕਟੋਨਿਕ ਪਲੇਟਸ ਦੇ ਆਪਸ ਦੇ ਟਕਰਾਉਣ ਦੇ ਵਿੱਚ ਜਿਹੜਾ ਇਹਨਾਂ ਦਾ ਸਟਰਕਚਰ ਹੈ ਇਹ ਬਣਿਆ। Examination of geochronological, structural, petrological and sedimentary data from various parts of Himalayas indicates that at least 5 major episodes or phases were milestone in the geological history of the mountains। ਜੇਕਰ ਇਹਨਾਂ ਨੇ ਕਿਤੋਂ ਵੀ ਐਗਜ਼ਾਮਿਨ ਕੀਤਾ ਉਹਦੇ ਸਟਰਕਚਰ ਨੂੰ, ਕਿਤੋਂ ਵੀ ਡੇਟਾ ਇਕੱਠਾ ਕਰਕੇ ਉਹਨੂੰ ਇਹ ਪਤਾ ਚੱਲਿਆ ਕਿ ਜਿਹੜੀਆਂ ਇਹ ਟੈਕਟੋਨਿਕ ਪਲੇਟਸ ਆਪਸ ਦੇ ਵਿੱਚ ਟਕਰਾਈਆਂ, ਇਹ ਜਿਹੜੀ ਪ੍ਰੋਸੈਸ ਆ ਇਹ 4 ਤੋਂ 5 ਵਾਰ ਹੋਈ ਘੱਟ ਤੋਂ ਘੱਟ, ਫਿਰ ਉਸ ਤੋਂ ਬਾਅਦ ਜਿਹੜੇ ਮਾਊਂਟੇਨਸ ਨੇ ਇਹ ਬਣੇ ਨੇ। Here a question may arise, ਇੱਥੇ ਇੱਕ ਕੁਐਸਚਨ ਉੱਠਦਾ, while the motion of Indian plate has been steady and constant, ਕਹਿੰਦੇ ਜਿਹੜਾ ਕਿ ਇੰਡੀਅਨ ਪਲੇਟ ਆ ਜਿਹੜੀ ਉਹਦਾ ਮੋਸ਼ਨ ਆ, ਜਿਹੜਾ ਉਹਦੀ ਮੂਵਮੈਂਟ ਆ ਉਹ ਸਟੱਡੀ ਆ, ਹੌਲੀ ਹੌਲੀ ਆ ਅਤੇ ਉਹ ਕੌਨਸਟੈਂਟ ਆ, ਅਬਾਊਟ 5 ਸੈਂਟੀਮੀਟਰ per year over the past 45 million years. How it is possible that the uplift of the Himalaya has not been at a uniform rate but in distinct episodes? ਕਿ ਕਿਉਂ ਮਤਲਬ ਉਹ ਐਵੇਂ ਬਾਰ ਹੋਇਆ, ਈਵਨ ਕਿ ਉਹਦੀ ਜਿਹੜੀ ਸਪੀਡ ਆ ਉਹ ਵੀ ਕੌਨਸਟੈਂਟ ਆ, ਅਤੇ ਉਹ ਹਰ ਈਅਰ ਮਤਲਬ 45 ਮਿਲੀਅਨ ਈਅਰਸ ਤੋਂ ਲੈ ਕੇ ਓਨਲੀ 5 ਸੈਂਟੀਮੀਟਰ ਜਿਹੜੀ ਉਹ ਪਰ ਈਅਰ ਉਹ ਮੂਵ ਕਰਦੀ ਆ। ਟੂ ਆਨਸਰ ਦਿਸ, ਕੰਸੀਡਰ ਐਨ ਅਰਥਕੁਇਕ ਪ੍ਰੋਨ ਏਰੀਆ ਅੰਡਰਗੋਇੰਗ ਟੈਕਟੋਨਿਕ ਸਟ੍ਰੈਸ। ਕੋਈ ਵੀ ਅਰਥਕੁਇਕ ਜਿਹੜਾ ਏਰੀਆ ਜਿੱਥੇ ਅਰਥਕੁਇਕ ਆਇਆ ਹੁੰਦਾ, ਜਿਹੜੀਆਂ ਉਹਦੀਆਂ ਪਲੇਟਸ ਨੇ, ਟੈਕਟੋਨਿਕ ਪਲੇਟਸ ਨੇ, ਉਹਨਾਂ 'ਤੇ ਪ੍ਰੈਸ਼ਰ ਜਾਂਦਾ। ਦ ਸਟ੍ਰੈਸ ਬਿਲਡਸ ਅਪ ਗ੍ਰੈਜੂਅਲੀ, ਅਤੇ ਪ੍ਰੈਸ਼ਰ ਆ ਜਿਹੜਾ ਬਣਦਾ ਜਾਂਦਾ ਓਵਰ ਦ ਟਾਈਮ, ਐਂਡ ਦੈਨ ਦ ਏਰੀਆ ਰੈਪਚਰਸ ਅਲੋਂਗ ਫਾਲਟ ਵਿਚ ਰਿਲੀਜ਼ਿਸ ਦ ਸਟ੍ਰੈਸ ਐਂਡ ਇਟ ਸਰਪਾਸਿਸ ਦ ਸਟਰੈਂਥ ਆਫ ਦ ਰੌਕ। ਫਿਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਉਹ ਏਰੀਆ ਹੁੰਦਾ ਹੈਗਾ ਉਹ ਰਿਲੀਜ਼ ਕਰਦਾ ਸਟਰੈਸ ਨੂੰ, ਐਂਡ ਸਟਰੈਂਥ ਕਰਦਾ ਜਿਹੜੀ ਉੱਥੇ ਰੌਕ ਹੁੰਦੀ ਆ ਔਨ ਲਾਰਜਰ ਸਕੇਲ ਟੂ, ਅਤੇ ਬਹੁਤ ਵੱਡੇ ਸਕੇਲ 'ਤੇ ਹੁੰਦਾ। ਇਟ ਟੇਕਸ ਟਾਈਮ ਫॉर ਮੇਜਰ ਟੈਕਟੋਨਿਕ ਇਵੈਂਟਸ ਟੂ ਅਕਰ, ਇਸ ਕਰਕੇ ਇਹਨੂੰ ਟਾਈਮ ਲੱਗਦਾ, ਟੈਕਟੋਨਿਕ ਇਵੈਂਟ ਨੂੰ ਹੋਣ ਦੇ ਵਿੱਚ ਟਾਈਮ ਲੱਗਦਾ। ਹੁਣ ਅਸੀਂ ਗੱਲ ਕਰਾਂਗੇ ਅਰਾਵਲੀ ਰੇਂਜ। ਅਰਾਵਲੀ ਰੇਂਜ ਆਲਸੋ ਸਪੈਲਡ ਅਰਾਵਲੀ ਰੇਂਜ, ਇਹਨੂੰ ਅਸੀਂ ਡਬਲ ਐਲ ਦੇ ਨਾਲ ਵੀ ਲਿਖ ਸਕਦੇ ਹਾਂ, ਸਿੰਗਲ ਐਲ ਦੇ ਨਾਲ ਵੀ ਲਿਖ ਸਕਦੇ ਹਾਂ। ਹਿਲ ਸਿਸਟਮ ਆਫ ਨਾਰਥਰਨ ਇੰਡੀਅਨ ਰਨਿੰਗ north easterly for 350 miles through ਰਾਜਸਥਾਨ ਸਟੇਟ। ਇਹ ਜਿਹੜੀ ਅਰਾਵਲੀ ਹਿੱਲ ਆ ਇਹ ਨੌਰਥ ਤੋਂ ਲੈ ਕੇ ਉਸ ਤੋਂ ਬਾਅਦ ਇਹ ਰਾਜਸਥਾਨ ਤੱਕ ਜਾਂਦੀ ਆ। ਆਈਸੋਲੇਟਿਡ ਰੌਕੀ ਆਫਸ਼ੋਰਸ ਕੰਟੀਨਿਊ ਜਸਟ ਸਾਊਥ ਆਫ ਦਿੱਲੀ, ਅਤੇ ਕੁਛ ਕੁ ਪਾਰਟ ਇਹਦਾ ਦਿੱਲੀ ਦੇ ਸਾਊਥ ਤੱਕ ਵੀ ਜਾਂਦਾ। ਦ ਸੀਰੀਜ਼ of peaks and ridges with beds varying from 6 to 60 miles, ਇਹਦਾ ਜਿਹੜੀ ਰੇਂਜ ਆ ਉਹ 10 to 100 ਕਿਲੋਮੀਟਰਸ ਵੀ ਹੋ ਸਕਦੇ ਆ। ਜਨਰਲੀ ਬਿਟਵੀਨ 1000-3000 ਫੀਟਸ ਇਨ ਐਲੀਵੇਸ਼ਨ, ਜੇਕਰ ਅਸੀਂ ਗੱਲ ਕਰੀਏ ਇੰਨੀ ਉਚਾਈ 'ਤੇ ਹੁੰਦੀਆਂ ਨੇ ਹੈਗੀਆਂ ਨੇ ਇਹ। ਦ ਸਿਸਟਮ ਇਜ਼ ਡਿਵਾਈਡਡ ਇੰਟੂ 2 ਸੈਕਸ਼ਨਸ, ਜਿਹੜਾ ਇਹ ਸਿਸਟਮ ਹੈ ਇਹ ਮੇਜਰ 2 ਸੈਕਸ਼ਨ ਦੇ ਵਿੱਚ ਡਿਵਾਈਡ ਹੋਇਆ। ਦ ਸਾਂਬਰ ਸਿਰੋਈ ਰੇਂਜ ਟਾਲਰ ਐਂਡ ਇਨਕਲੂਡਿੰਗ ਗੁਰੂ ਪੀਕ ਔਨ ਮਾਊਂਟ ਐਬੂ, ਜਿਹੜੀ ਕਿ ਉਸ ਰੀਜਨ ਤੱਕ ਜਾਂਦੀ ਹੈ ਜਿਹੜੀ ਕਿ ਇੱਕ ਹਾਈਐਸਟ ਪੀਕ ਆ ਅਰਾਵਲੀ ਰੇਂਜ ਦੀ, ਜਿਹਦੀ ਕਿ ਹਾਈਟ 5650 ਫੀਟ ਆ। ਐਂਡ ਦ ਸਾਂਬਰ ਖੇਤਰੀ ਰੇਂਜ ਕੰਸਿਸਟਿੰਗ ਆਫ 3 ਰਿਜਿਸ ਦੈਟ ਆਰ ਡਿਸਕੰਟੀਨਿਊਸ, ਅਤੇ ਇਹਦੀਆਂ ਜਿਹੜੀ ਸਾਂਬਰ ਖੇਤਰੀ ਰੇਂਜਿਸ ਨੇਗੀਆਂ ਉਹ ਅੱਗੇ 3 ਤੱਕ ਡਿਵਾਈਡ ਹੁੰਦੀਆਂ ਨੇ, ਜਿਹੜੀਆਂ ਕਿ ਉੱਥੇ ਡਿਸਕੰਟੀਨਿਊ ਹੋ ਜਾਂਦੀਆਂ ਨੇ। ਦ ਅਰਾਵਲੀ ਰੇਂਜ ਇਜ਼ ਰਿਚ ਇਨ ਨੈਚੁਰਲ ਰਿਸੋਰਸਿਸ, ਜਿਹੜੀ ਅਰਾਵਲੀ ਰੇਂਜ ਆ ਇਹ ਜਿਹੜੀ ਅਰਾਵਲੀ ਰੇਂਜ ਆ ਇਹ ਇੱਕ ਨੈਚੁਰਲ ਰਿਸੋਰਸ ਆ ਐਂਡ ਸਰਵਸ ਐਜ਼ ਅ ਚੈੱਕ ਟੂ ਦੀ ਗਰੋਥ ਆਫ ਵੈਸਟਰਨ ਡੈਜ਼ਰਟ, ਜਿਹੜੀ ਕਿ ਵੈਸਟਰਨ ਡੈਜ਼ਰਟ ਨੂੰ ਗਰੋ ਕਰਦੀ ਆ। ਇਟ ਗਿਵਸ ਰਾਈਜ਼ ਟੂ ਸੈਵਰਲ ਰਿਵਰਸ, ਇਹਦੇ ਵਿੱਚੋਂ ਕੁਛ ਰਿਵਰਸ ਵੀ ਨਿਕਲਦੀਆਂ ਨੇ, ਇਨਕਲੂਡਿੰਗ ਦ ਬਾਨਸ, ਲੂਨੀ, ਸਾਕੀ ਐਂਡ ਸਾਬਰਮਤੀ, ਇਹ ਸਾਰੀਆਂ ਰਿਵਰਸ ਨੇ ਜਿਹੜੀਆਂ ਇੱਥੋਂ ਨਿਕਲਦੀਆਂ ਨੇ। ਥਰੂ ਹੈਵੀਲੀ ਫੋਰੈਸਟਡ ਇਨ ਦ ਸਾਊਥ
It is generally bare and thinly populated, consisting of large areas of ਇਹਦੇ ਵਿੱਚ ਜ਼ਿਆਦਾ ਏਰੀਆ ਜਿਹੜਾ ਉਹਦੇ ਵਿੱਚ ਸੈਂਡ ਆ ਅਤੇ ਸਟੋਨ ਆ ਐਂਡ ਆਫ ਮਾਸਿਸ ਆਫ ਰੋਜ਼ ਕਲਰਡ ਕੁਆਟਲਾਈਜ਼ ਤੇ ਜਿਹਦਾ ਕਲਰ ਰੋਜ਼ ਕਲਰਡ ਆ। ਮੇਨ ਵੈਲੀਜ਼ ਕਿਹੜੀਆਂ ਨੇ? ਵੈਲੀ ਆਫ ਫਲਾਵਰਸ ਉੱਤਰਾਖੰਡ ਦੇ ਵਿੱਚ ਆ, ਯਮਥਾਂਗ ਨਾਰਥ ਸਿੱਕਿਮ, ਇਹ ਸਾਰੀਆਂ ਪਪੂਲਰ ਨੇ ਜਿੱਥੇ ਕਿ ਬਹੁਤ ਜ਼ਿਆਦਾ ਟੂਰਿਸਟ ਆਉਂਦੇ ਨੇ। ਚੰਬਲ ਵੈਲੀ ਆ, ਸਾਇਲੈਂਟ ਵੈਲੀ ਨੈਸ਼ਨਲ ਪਾਰਕ ਪਲਾਕੜ, ਨੁਬਰਾ ਵੈਲੀ ਜੰਮੂ ਐਂਡ ਕਸ਼ਮੀਰ ਦੇ ਵਿੱਚ, ਚਾਂਗਸਰ ਵੈਲੀ ਲੱਦਾਖ ਦੇ ਵਿੱਚ, ਰਾਕੂ ਵੈਲੀ ਆਂਧਰਾ ਪ੍ਰਦੇਸ਼ ਦੇ ਵਿੱਚ ਐਂਡ ਕੈਟੀ ਵੈਲੀ ਕੁਨੂਰ ਦੇ ਵਿੱਚ। ਇਹ ਕਾਫੀ ਫੇਮਸ ਨੇ ਅਤੇ ਬਹੁਤ ਬਿਊਟੀਫੁਲ ਲੈਂਡਸਕੇਪਸ ਨੇ ਅਤੇ ਕਾਫੀ ਟੂਰਿਸਟ ਨੇ ਜਿਹੜੇ ਉਹ ਵਿਜ਼ਿਟ ਕਰਦੇ ਨੇ। ਹੁਣ ਬੱਚੇ ਅਸੀਂ ਗੱਲ ਕਰਾਂਗੇ ਰੇਂਜਿਸ ਦੀ। ਹਿਮਾਲਿਅਨ ਰੇਂਜਿਸ ਕਿੱਥੇ ਤੱਕ ਨੇ? ਫਸਟ ਆਪਾਂ ਗੱਲ ਕਰਾਂਗੇ ਧੌਲਾਧਰ ਰੇਂਜ। ਟੂ ਦੀ ਸਾਊਥ ਆਫ ਪੀਰ ਪੰਜਾਲ lies ਧੌਲਾਧਰ ਰੇਂਜ। ਬੋਥ ਰੇਂਜਿਸ ਆਰ ਵਿਜ਼ੀਬਲ ਫਰੋਮ ਸਲੋਨੀ ਆਫ ਚੰਬਾ। ਇਹ ਜਿਹੜੀ ਧੌਲਾਧਰ ਰੇਂਜ ਆ ਇਹ ਪੀਰ ਪੰਜਾਲ ਦੇ ਸਾਊਥ ਤੋਂ ਸ਼ੁਰੂ ਹੁੰਦੀ ਆ ਅਤੇ ਇਹ ਸਲੋਨੀ ਅਤੇ ਚੰਬਾ ਦੋਨਾਂ ਜਗ੍ਹਾ ਤੋਂ ਵਿਜ਼ੀਬਲ ਆ। ਇਟ ਇਜ਼ ਈਜ਼ੀਲੀ ਵਿਜ਼ੀਬਲ ਬਿਕੋਜ਼ ਆਫ ਇਟਸ ਡਿਸਟਿੰਕਟ ਫੀਚਰ ਆਫ ਸਨੋ ਕੈਪਡ ਰਿਜ। ਕਿਉਂਕਿ ਇਸ ਕਰਕੇ ਈਜ਼ੀਲੀ ਵਿਜ਼ੀਬਲ ਆ, ਇਸ ਕਰਕੇ ਛੇਤੀ ਦਿਖ ਜਾਂਦੀ ਆ ਕਿਉਂਕਿ ਇਹਦੀਆਂ ਜਿਹੜੀਆਂ ਚੋਟੀਆਂ ਨੇ ਉਹ ਸਨੋ ਦੇ ਨਾਲ ਢੱਕੀਆਂ ਹੁੰਦੀਆਂ ਨੇ, ਵਿਚ ਫਾਰਮਸ ਅ ਡਿਵੀਜ਼ਨ ਬਿਟਵੀਨ ਦ ਰਾਵੀ ਐਂਡ ਬਿਆਸ ਵੈਲੀਜ਼, ਜਿਹੜੀਆਂ ਕਿ ਰਾਵੀ ਅਤੇ ਬਿਆਸ ਦੀਆਂ ਜਿਹੜੀਆਂ ਵੈਲੀਜ਼ ਨੂੰ ਉਹਨੂੰ ਡਿਵਾਈਡ ਕਰਦੀਆਂ ਨੇ। ਇਨ ਦ ਵੈਸਟ ਇਟ ਡਿਵਾਈਡਸ ਦ ਚਨਾਬ ਵੈਲੀ ਐਂਡ ਦ ਤਾਵੀ ਵੈਲੀ। ਅਤੇ ਵੈਸਟ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਇਹ ਚਨਾਬ ਵੈਲੀ ਅਤੇ ਤਾਵੀ ਵੈਲੀ ਨੂੰ ਆਪਸ 'ਚ ਅਲੱਗ ਕਰਦੀਆਂ ਨੇ। ਟੂਵਰਡਸ ਦਾ ਈਸਟ ਦੀ ਜੇ ਅਸੀਂ ਗੱਲ ਕਰੀਏ ਇਹ ਇਟ ਐਕਸਟੈਂਡ ਅਕਰੋਸ ਹਿਮਾਚਲ ਪ੍ਰਦੇਸ਼, ਅਤੇ ਇਹ ਹਿਮਾਚਲ ਪ੍ਰਦੇਸ਼ ਤੱਕ ਪਹੁੰਚ ਜਾਂਦੀਆਂ ਨੇ। ਫਾਰਮਿੰਗ ਦਾ ਹਾਈ ਰਿਜ ਆਫ ਲਾਰਜ ਚਰਚ ਐਂਡ ਐਕਸਟੈਂਡਿੰਗ ਟੂਵਰਡਸ ਦਾ ਸਾਊਥ ਦੀ ਜੇਕਰ ਗੱਲ ਕਰੀਏ ਤਾਂ ਇਹ ਪਿੰਨ ਪਰਬਤੀ ਵੈਲੀ ਤੱਕ ਪਹੁੰਚ ਜਾਂਦੀਆਂ ਨੇ। ਬਿਫੋਰ ਇਟ ਫਾਰਮਸ ਅ ਰਿਜ ਲਾਈਨ ਈਸਟ ਆਫ ਦਾ ਸੁਤਲਜ ਰਿਵਰ, ਅਤੇ ਅੱਗੇ ਸੁਤਲਜ ਰਿਵਰ 'ਤੇ ਜਾ ਕੇ ਖਤਮ ਹੁੰਦੀਆਂ ਨੇ। ਦਾ ਰਿਵਰ ਫਲੋ ਫਰੋਮ ਇਟ, ਜਿਹੜੀ ਉਹ ਰਿਵਰ ਆ ਨਦੀ ਆ ਉਹ ਇਹਦੇ ਵਿੱਚੋਂ ਵਹਿੰਦੀ ਆ। ਨੈਕਸਟ ਹੈ ਵੈਸਟਰਨ ਘਾਟਸ ਮਾਲਾਬਾਰ। The Western Ghats is a mountain range that covers an area of 160,000 square kilometers। ਇਹ 160,000 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਕਵਰ ਕਰਦੀਆਂ ਨੇ। ਇਨ ਸਟ੍ਰੈਚ ਆਫ 1600 ਕਿਲੋਮੀਟਰਸ, ਅਤੇ 1600 ਕਿਲੋਮੀਟਰਸ ਲੰਬੀਆਂ ਨੇ, ਪੈਰਲਲ ਨੇ ਟੂ ਦੀ ਵੈਸਟਰਨ ਕੋਸਟ ਆਫ ਦ ਇੰਡੀਅਨ ਪੈਨੀਸੂਲਾ, ਟਰਾਂਸਵਰਸਿੰਗ ਦੀ ਸਟੇਟਸ ਆਫ ਕੇਰਲਾ, ਤਮਿਲਨਾਡੂ ਐਕਸੈਕਟਰਾ। ਇਹ ਅੱਗੇ ਇਹਨਾਂ ਤੱਕ ਪਹੁੰਚ ਜਾਂਦੀਆਂ ਨੇ, ਕੇਰਲਾ ਅਤੇ ਤਮਿਲਨਾਡੂ ਤੱਕ। ਇਟ ਇਜ਼ ਅ ਯੂਨੈਸਕੋ ਵਰਲਡ ਹੈਰੀਟੇਜ ਸਾਈਟ। ਇਹ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਆ ਐਂਡ ਇਜ਼ ਵਨ ਆਫ ਦ 8 ਹੌਟ ਸਪੌਟਸ ਆਫ ਬਾਇਓਲੋਜੀਕਲ ਡਾਇਵਰਸਿਟੀ ਇਨ ਦ ਵਰਲਡ। ਅਤੇ ਇਹ ਹੌਟ ਸਪੌਟ ਦੇ ਵਿੱਚ 8 ਨੰਬਰ 'ਤੇ ਆ। ਇਟ ਇਜ਼ ਸਮਟਾਈਮਸ ਕਾਲਡ ਦੀ ਗ੍ਰੇਟ ਐਸਕਰਪਮੈਂਟ ਆਫ ਇੰਡੀਆ। ਇਹਨੂੰ ਅਸੀਂ ਗ੍ਰੇਟ ਐਸਕਰਪਮੈਂਟ ਆਫ ਇੰਡੀਆ ਵੀ ਕਹਿੰਦੇ ਹਾਂ। ਇਹ ਜਿਹੜੀ ਰੇਂਜ ਆ ਇਹ ਸੌਗੰਧ ਟਾਊਨ ਤੋਂ ਸਟਾਰਟ ਹੁੰਦੀ ਹੈ ਗੁਜਰਾਤ 'ਤੇ ਅਤੇ ਪਹੁੰਚਦੀ ਹੈ ਇਹ ਸਾਊਥ ਆਫ ਤਪਤੀ ਰਿਵਰ ਤੱਕ। ਅਤੇ ਅਪਰੋਕਸੀਮੇਟਲੀ ਆਪਾਂ ਪਹਿਲਾਂ ਵੀ ਪੜ੍ਹੇ 1600 ਕਿਲੋਮੀਟਰਸ ਦਾ ਏਰੀਆ ਕਵਰ ਕਰਦੀ ਹੈ। ਕਿੱਥੋਂ ਦਾ? ਮਹਾਰਾਸ਼ਟਰ, ਗੋਆ, ਕਰਨਾਟਕਾ, ਕੇਰਲਾ, ਤਮਿਲਨਾਡੂ, ਅਤੇ ਐਂਡ ਹੁੰਦੀ ਹੈ ਇਹ ਮਲਾਈ ਐਟ ਸਵਾਮੀ ਟਾਪ 'ਤੇ ਨੀਅਰ ਦ ਸਾਊਥਰਨ ਟਿਪ ਆਫ ਦ ਇੰਡੀਅਨ ਇਨ ਤਮਿਲਨਾਡੂ। ਤਮਿਲਨਾਡੂ 'ਤੇ ਜਾ ਕੇ ਸਾਊਥਰਨ ਟਿਪ 'ਤੇ ਇਹ ਐਂਡ ਹੁੰਦੀ ਹੈ। ਦੀਜ਼ ਹਿਲਸ ਕਵਰਸ, ਇਹ ਜਿਹੜੀਆਂ ਹਿਲਸ ਨੇਗੀਆਂ ਇਹ 160,000 ਕਿਲੋਮੀਟਰ ਸਕੁਅਰ ਦਾ ਏਰੀਆ ਕਵਰ ਕਰਦੀਆਂ ਨੇ। ਐਂਡ ਫਾਰਮ ਦੀ ਕੈਚਮੈਂਟ ਏਰੀਆ ਆਫ ਕੰਪਲੈਕਸ ਰਿਵਰਾਈਨ ਡਰੇਨੇਜ ਸਿਸਟਮ। ਦ ਡਰੇਨੇਜ 40% ਜਿਹੜਾ ਇੰਡੀਆ ਦਾ ਡਰੇਨੇਜ ਆ ਉਹ ਕਵਰ ਕਰਦੀਆਂ ਨੇ। ਵੈਸਟਰਨ ਘਾਟਸ ਬਲਾਕ ਸਾਊਥ ਵੈਸਟ ਮਾਊਂਟੇਨ ਵਿੰਡਸ, ਅਤੇ ਮੌਨਸੂਨ ਦੇ ਵਿੱਚ ਵੀ ਹੈਲਪ ਕਰਦੀਆਂ ਨੇ, ਵਿੰਡਸ ਬਲੋ ਕਰਦੀਆਂ ਨੇ ਡੱਕਨ ਪਲੈਟਿਊ ਤੱਕ। ਅਤੇ ਜਿਹੜੀ ਦੀ ਐਵਰੇਜ ਐਲੀਵੇਸ਼ਨ ਆ ਉਹ 1200 ਮੀਟਰ ਆ। The area is one of the world's 10 hottest biodiversity spot ਆ, ਅਤੇ ਇੱਥੇ ਅਪਰੋਕਸੀਮੇਟਲੀ 7,402 ਸਪੀਸੀਜ਼ ਨੇਗੀਆਂ, ਜਿਹਦੇ ਵਿੱਚ ਕਿ ਕੁਛ ਫਲਾਵਰਿੰਗ ਪਲਾਂਟਸ ਨੇ, 1814 ਸਪੀਸੀਜ਼ ਨੋਨ ਫਲਾਵਰਿੰਗ ਪਲਾਂਟਸ ਦੀਆਂ ਨੇ, 139 ਮੈਮਲ ਸਪੀਸੀਜ਼ ਨੇਗੀਆਂ, 508 ਬਰਡ ਸਪੀਸੀਜ਼ ਨੇ, 179 ਐਫੀਵੀਅਨ ਸਪੀਸੀਜ਼ ਨੇ, 6000 ਇਨਸੈਕਟ ਸਪੀਸੀਜ਼ ਨੇ ਐਂਡ 290 ਫਰੈਸ਼ ਵਾਟਰ ਫਿਸ਼ ਸਪੀਸੀਜ਼ ਨੇ। ਇਟ ਇਜ਼ ਲਾਈਕਲੀ ਦੈਟ ਮੈਨੀ ਅਨਡਿਸਕਵਰਡ ਸਪੀਸੀਜ਼ ਲਿਵ ਇਨ। ਹਜੇ ਕੁਛ ਉੱਥੇ ਅਨਡਿਸਕਵਰਡ ਜਿਹੜੀਆਂ ਕਿ ਹਜੇ ਤੱਕ ਜਿਨ੍ਹਾਂ ਦੀ ਖੋਜ ਨਹੀਂ ਹੋਈ ਉਹ ਸਪੀਸੀਜ਼ ਵੀ ਉੱਥੇ ਵੈਸਟਰਨ ਘਾਟਸ ਦੇ ਵਿੱਚ ਹੈਗੀਆਂ ਨੇ। ਐਟ ਲੀਸਟ 325 ਗਲੋਬਲੀ ਥ੍ਰੈਟਨਡ ਸਪੀਸੀਜ਼ ਅਕਰ ਇਨ ਦ ਵੈਸਟਰਨ ਘਾਟਸ, ਜਿਹਦੇ ਵਿੱਚੋਂ ਕਿ 325 ਸਪੀਸੀਜ਼ ਐਵੇਂ ਦੀਆਂ ਨੇ ਜਿਹੜੀਆਂ ਕਿ ਅੰਡਰ ਥ੍ਰੈਟ ਨੇ। The biodiversity found here rivals that of the Amazon basin। ਜਿਹੜੀ ਇੱਥੇ ਅਲੱਗ-ਅਲੱਗ ਜਿਹੜੀ ਤਰ੍ਹਾਂ ਦੀ ਆ ਉਹ ਬਾਇਓਡਾਇਵਰਸਿਟੀ ਦੇਖਣ ਨੂੰ
ਮਿਲਦੀ ਆ। ਹੁਣ ਅਸੀਂ ਗੱਲ ਕਰਾਂਗੇ ਈਸਟਰਨ ਘਾਟਸ ਦੀ। ਈਸਟਰਨ ਘਾਟਸ ਨੇ ਜਿਹੜੀਆਂ ਇੰਡੀਆ ਦੇ ਈਸਟਰਨ ਕੋਸਟ 'ਤੇ ਨੇ, ਅਤੇ ਈਸਟਰਨ ਘਾਟਸ ਇਹ ਜਿਹੜੀਆਂ ਕਿ ਅਯੋਧਿਆ ਹਿਲਸ ਤੋਂ ਚੱਲਦੀਆਂ ਨੇ, ਅਤੇ ਇਹ ਵੈਸਟ ਬੰਗਾਲ ਦੇ ਕੁਛ ਸਟੇਟਸ ਜਿਵੇਂ ਕਿ ਓਡੀਸ਼ਾ, ਆਂਧਰਾ ਪ੍ਰਦੇਸ਼ ਟੂ ਤਮਿਲਨਾਡੂ ਤੱਕ ਜਾਂਦੀਆਂ ਨੇ। ਇਨ ਦ ਸਾਊਥ ਪਾਸਿੰਗ ਸਮ ਪਾਰਟਸ ਆਫ ਕਰਨਾਟਕਾ ਤੱਕ, ਦੈਨ ਉਸ ਤੋਂ ਬਾਅਦ ਤੇਲੰਗਨਾ ਤੱਕ ਐਕਸਟੈਂਡ ਹੁੰਦੀਆਂ ਨੇ। ਦੇ ਆਰ ਇਰੋਡਡ ਐਂਡ ਕੱਟ ਥਰੂ, ਅਤੇ ਇਹ 4 ਮੇਜਰ ਰਿਵਰ ਆਫ ਪੈਨਸੂਲਾ ਦੇ ਦੁਆਰਾ ਕੱਟ ਕੀਤੀਆਂ ਜਾਂਦੀਆਂ ਨੇ, ਜਿਹੜੀ ਕਿ ਹੈਗੀਆਂ ਨੇ ਗੋਦਾਵਰੀ, ਮਹਾਨਦੀ, ਕ੍ਰਿਸ਼ਨਾ ਐਂਡ ਕਾਵੇਰੀ। ਦ ਕ੍ਰੈਡਲ ਆਫ ਈਸਟਰਨ ਘਾਟਸ ਇਜ਼ ਵਿਲੁਨਪੁਰਮ ਡਿਸਟ੍ਰਿਕਟ ਇਨ ਤਮਿਲਨਾਡੂ। ਇਹਦੀ ਪੀਕ ਆ ਜਿਹੜੀ ਉਹ 1680 ਮੀਟਰ ਆ। ਆਰਮਾਕੋਂਡਾ ਐਲੀਵੇਸ਼ਨ ਆ ਜਿਹੜੀ ਉਹ 1501 ਮੀਟਰ ਆ। ਪ੍ਰੋਮਿੰਸ 1290 ਮੀਟਰ। ਐਂਡ ਇੰਡੀਅਨ ਸਟੇਟਸ ਜਿਹੜੀਆਂ ਕਵਰ ਕਰਦੀਆਂ ਨੇ ਹੈਗੀਆਂ ਨੇ ਵੈਸਟ ਬੰਗਾਲ, ਓਡੀਸ਼ਾ, ਆਂਧਰਾ ਪ੍ਰਦੇਸ਼ ਐਂਡ ਤਮਿਲਨਾਡੂ। ਰੀਜਨਸ ਕਵਰ ਕਰਦੀਆਂ ਨੇ ਈਸਟਰਨ ਇੰਡੀਆ ਐਂਡ ਸਾਊਥ ਇੰਡੀਅਨ ਬਾਇਓਕੈਮਿਕ ਗੈਲਰੀ ਫੋਰੈਸਟ, ਅਤੇ ਕੁਛ ਜੀਓਲੋਜੀ ਟਾਈਪ ਆਫ ਰੌਕਜੀਨੀਅਸ ਆਇਰਨ ਐਂਡ ਲਾਈਮਸਟੋਨ ਇਹ ਉੱਥੋਂ ਮਿਲਦੇ ਨੇ। ਜਿਹੜੀਆਂ ਈਸਟਰਨ ਘਾਟਸ ਨੇਗੀਆਂ ਇਹ ਜੇ ਸਿਮਿਲਰ ਹਿਲਸ ਨੇਗੀਆਂ ਐਂਡ ਜਨਰਲੀ ਟ੍ਰੈਂਡ ਨਾਰਥ ਵੈਸਟ, ਸਾਊਥ ਵੈਸਟ ਅਲੋਂਗ ਦੀ ਬੇ ਆਫ ਬੰਗਾਲ ਤੱਕ ਜਾਂਦੀਆਂ ਨੇ। ਇਹ ਨੈਰੋ ਰੇਂਜ ਆ ਐਂਡ ਇਹਦੀ ਐਵਰੇਜ ਉਚਾਈ ਹੈਗੀ ਉਹ 2000 ਫੀਟ ਆ, ਅਤੇ ਸਭ ਤੋਂ ਜਿਹੜੀ ਹਾਈਐਸਟ ਚੋਟੀ ਆ ਉਹ 4000 ਫੀਟ ਤੱਕ ਆ। ਦ ਹਾਈ ਪੁਆਇੰਟ ਇਨ ਆਰਮਾਕੋਂਡਾ, ਹਾਈਐਸਟ ਜਿਹੜਾ ਪੁਆਇੰਟ ਆ ਉਹ ਆਂਧਰਾ ਪ੍ਰਦੇਸ਼ ਦੀ ਸਟੇਟ ਦੇ ਵਿੱਚ ਆਰਮਾਕੋਂਡਾ, ਜਿਹਦੀ ਕਿ ਹਾਈਟ ਆ ਜਿਹੜੀ 5512 ਫੀਟ ਆ। ਦੇਰ ਇਜ਼ ਅ ਗੈਪ ਚੇਨ ਦੇ ਵਿੱਚ ਗੈਪ ਆ ਜਿਹੜਾ ਕਿ 100 ਮਾਈਲਸ ਦਾ, ਜਿਹਦੇ ਵਿੱਚ ਕਿ ਕ੍ਰਿਸ਼ਨਾ ਅਤੇ ਜਿਹੜੀ ਗੋਦਾਵਰੀ ਰਿਵਰ ਆ ਉਹ ਰਨ ਕਰਦੀਆਂ ਨੇ। ਐਂਡ ਫਰਦਰ ਸਾਊਥ ਵੈਸਟ ਬਿਯੋਂਡ ਦ ਕ੍ਰਿਸ਼ਨਾ ਰਿਵਰ ਦ ਈਸਟਰਨ ਘਾਟਸ ਅਪੀਅਰ ਐਜ਼ ਅ ਸੀਰੀਜ਼ ਆਫ ਲੋ ਰੇਂਜ ਆਫ ਹਿਲਸ। ਇੱਥੇ ਕੁਛ ਛੋਟੀਆਂ ਪਹਾੜੀਆਂ ਵੀ ਨੇ ਸਾਊਥ ਵੈਸਟ ਜਿਹੜੀ ਕਿ ਚੇਨਈ ਦੇ ਵਿੱਚ ਨੇ। ਦ ਈਸਟਰਨ ਘਾਟਸ ਕੰਟੀਨਿਊ ਐਜ਼ ਸ਼ਵੇਦੀ ਐਂਡ ਸ਼ੋਰੀ ਹਿਲਸ ਬਿਯੋਂਡ ਵਿਚ ਦੇ ਮਰਜ, ਅਤੇ ਅੱਗੇ ਜਾ ਕੇ ਵੈਸਟਰਨ ਘਾਟਸ ਦੇ ਵਿੱਚ ਮਰਜ ਹੋ ਜਾਂਦੀਆਂ ਨੇ। ਦ ਮਾਊਂਟੇਨ ਸਲੋਪਸ ਹੈਵ ਸਪੇਰਸ ਫੋਰੈਸਟ ਕੰਟੀਨਿਊ, ਇੱਥੋਂ ਸਾਨੂੰ ਬਹੁਤ ਜਿਹੜੀ ਵੈਲਿਊਏਬਲ ਟਿੰਬਰ ਆ, ਵੁੱਡ ਆ, ਉਹ ਪ੍ਰੋਵਾਈਡ ਹੁੰਦੀ ਆ। And it is all about today's lecture. I hope you all understand and learn from it. Thank you so much.